ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵੀਡੀਓ ਵਿੱਚ ਮੈਂ PSSB ਕਲਰਕ IT ਅਤੇ ਕਲਰਕ ਅਕਾਊਂਟੈਂਟ ਵਾਲਿਆਂ ਲਈ ਕੰਪਿਊਟਰ ਦੀ ਕਲਾਸ ਲੈ ਕੇ ਆਇਆ ਹਾਂ। ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਅੱਜ ਜੋ ਮੈਂ ਤੁਹਾਨੂੰ ਕਰਵਾਊਂਗਾ। ਇਸ ਟੌਪਿਕ ਵਿੱਚੋਂ ਇੱਕ ਜਾਂ ਦੋ ਕੁਐਸਚਨ ਤੁਹਾਨੂੰ ਜ਼ਰੂਰ ਆਉਣਾ ਹੀ ਆਉਣਾ ਹੈ, ਠੀਕ ਹੈ। ਸੋ ਮੈਂ ਥਿਊਰੀ ਵੀ ਲੈ ਕੇ ਆਇਆ ਹਾਂ ਅਤੇ MCQ ਵੀ ਮੈਂ ਇਸ ਟੌਪਿਕ ਦੇ ਤੁਹਾਨੂੰ ਕਰਵਾਊਂਗਾ, ਠੀਕ ਹੈ, ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਤੁਹਾਡੇ 1 ਜਾਂ 2 ਨੰਬਰ ਪੱਕੇ ਹੋ ਸਕਣ, ਠੀਕ ਹੈ। ਜੇ ਤੁਸੀਂ ਇਸੇ ਤਰ੍ਹਾਂ ਤਿਆਰੀ ਕਰਨਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲਓ, ਠੀਕ ਹੈ। ਪੇਪਰ ਤੁਹਾਡਾ ਪਹਿਲੇ ਜਾਂ ਦੂਜੇ ਹਫਤੇ ਦੇ ਵਿੱਚ ਹੋ ਜਾਣਾ ਹੈ ਦਸੰਬਰ ਦੇ। ਸੋ ਆਪਣੀ ਤਿਆਰੀ ਰੱਖੋ ਹੁਣੇ ਤੋਂ, ਰਿਟਨ ਐਗਜ਼ਾਮ ਤੁਹਾਡਾ ਪਹਿਲਾਂ ਹੋਣਾ ਹੈ, ਠੀਕ ਹੈ। ਸੋ ਤਿਆਰੀ ਆਪਣੀ ਕਰਦੇ ਰਹੋ। ਮੈਂ ਪਲੇਲਿਸਟ ਬਣਾਈ ਹੋਈ ਹੈ, ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ। ਬਾਕੀ ਟੈਲੀਗ੍ਰਾਮ ਜੁਆਇਨ ਜ਼ਰੂਰ ਕਰਿਓ ਸਾਰੇ ਜਾਣੇ, ਠੀਕ ਹੈ। ਆ ਦੇਖ ਲਓ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਸਿਲੇਬਸ ਮਿਲ ਜਾਏਗਾ, ਇਹ ਮੈਂ ਪਾਇਆ ਹੋਇਆ। ਜਾਂ ਫਿਰ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈ, ਜਿਵੇਂ ਹੁਣ ਆਖਰੀ ਮਿਤੀ ਜੋ ਇਹਨਾਂ ਪੋਸਟਾਂ ਨੂੰ ਫਿਲ ਕਰਨ ਦੀ 26/11/2021 ਹੋ ਗਈ, ਉਹ ਵੀ ਮੈਂ ਟੈਲੀਗ੍ਰਾਮ ਦੇ ਉੱਤੇ ਪਾ ਦਿੱਤਾ ਹੈ। ਸੋ ਸਭ ਤੋਂ ਪਹਿਲਾਂ ਮੈਂ ਜੋ ਵੀ ਜਾਣਕਾਰੀ ਹੁੰਦੀ ਹੈ ਟੈਲੀਗ੍ਰਾਮ ਦੇ ਉੱਤੇ ਪਾਉਣਾ ਹੈ, ਠੀਕ ਹੈ। ਕੁਝ ਅਜਿਹੇ ਨੋਟੀਫਿਕੇਸ਼ਨ ਹੁੰਦੇ ਆ ਜੋ ਜਿਨ੍ਹਾਂ ਦੀ ਵੀਡੀਓ ਲੇਟ ਬਣਦੀ ਹੈ ਜਾਂ ਫਿਰ ਵੀਡੀਓ ਉਹਨਾਂ ਦੀ ਨਹੀਂ ਬਣਾ ਸਕਦੇ, ਕਿਉਂਕਿ ਤੁਹਾਨੂੰ ਸਟੱਡੀ ਵੀ ਕਰਵਾਉਣੀ ਹੈ। ਇੱਕ ਦਿਨ ਵਿੱਚ ਜੋ 2 ਜਾਂ 3 ਵੀਡੀਓ ਵੀ ਪਾ ਸਕਦੇ ਹਾਂ, ਠੀਕ ਹੈ। ਸੋ ਅਜਿਹੇ ਨੋਟੀਫਿਕੇਸ਼ਨ ਮੈਂ ਸਭ ਤੋਂ ਪਹਿਲਾਂ ਟੈਲੀਗ੍ਰਾਮ ਦੇ ਉੱਤੇ ਪਾਉਣਾ ਹੈ, ਤਾਂ ਕਰਕੇ ਟੈਲੀਗ੍ਰਾਮ ਸਾਰੇ ਜਣੇ ਜ਼ਰੂਰ ਜੁਆਇਨ ਕਰਿਓ। ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਜਾਂ ਫਿਰ ਟੈਲੀਗ੍ਰਾਮ ਦੇ ਉੱਤੇ GK ਫੈਕਟਸ ਚੈਨਲ ਨੂੰ ਸਰਚ ਕਰਕੇ ਜੁਆਇਨ ਕਰ ਲਿਓ, ਠੀਕ ਹੈ। ਜੇ ਡਾਊਨਲੋਡ ਨਹੀਂ ਕੀਤਾ ਹੋਇਆ ਤਾਂ ਡਾਊਨਲੋਡ ਕਰ ਲਓ, ਠੀਕ ਹੈ। ਪੇਪਰ ਦੇ ਪੈਟਰਨ ਦੇ ਅਨੁਸਾਰ ਸਿਲੇਬਸ ਦੇ ਅਕੋਰਡਿੰਗ ਇਸ ਚੈਨਲ ਦੇ ਉੱਤੇ ਤਿਆਰੀ ਤੁਹਾਡੀ ਕਰਵਾ ਰਿਹਾ ਹੈ। ਅੱਜ ਦਾ ਜੋ ਇਹ ਟੌਪਿਕ ਹੈ ਆਪਣਾ ਕੰਪਿਊਟਰ ਜਨਰੇਸ਼ਨ, ਠੀਕ ਹੈ। ਇਸ ਦੇ ਮੈਂ ਤੁਹਾਨੂੰ ਥਿਊਰੀ ਪਲੱਸ MCQ ਕਰਵਾਊਂਗਾ, ਠੀਕ ਹੈ। ਤੁਹਾਡੇ ਤਿੰਨਾਂ ਪੇਪਰਾਂ ਵਿੱਚ ਕੰਪਿਊਟਰ ਆਉਣਾ ਹੀ ਆਉਣਾ ਹੈ। ਬੇਸਿਕ ਕੰਪਿਊਟਰ ਹਰੇਕ ਪੇਪਰ ਵਿੱਚ ਆਉਣਾ ਹੈ। ਕਲਰਕ ਦੇ ਪੇਪਰ ਵਿੱਚ 20 ਨੰਬਰ ਦਾ ਕੰਪਿਊਟਰ ਹੈ, ਉਸ ਦੇ ਵਿੱਚ ਬੇਸਿਕ ਕੰਪਿਊਟਰ ਦਾ ਇਹ ਟੌਪਿਕ ਹੈ ਕੰਪਿਊਟਰ ਜਨਰੇਸ਼ਨ, ਠੀਕ ਹੈ। ਉਸ ਤੋਂ ਇਲਾਵਾ ਕਲਰਕ ਜੋ IT ਦਾ ਪੇਪਰ ਹੈ 50 ਨੰਬਰ ਦਾ ਕੰਪਿਊਟਰ ਹੈ, ਉਸ ਦੇ ਵਿੱਚ ਵੀ 10-12 ਨੰਬਰ ਦਾ ਬੇਸਿਕ ਕੰਪਿਊਟਰ ਆਉਣਾ, ਜਿਸ ਦੇ ਵਿੱਚ ਜਨਰੇਸ਼ਨ ਨਾਲ ਰਿਲੇਟਡ ਕੁਐਸਚਨ ਜ਼ਰੂਰ ਆਉਣਗੇ। ਅਤੇ ਕਲਰਕ ਅਕਾਊਂਟੈਂਟ ਦੇ ਪੇਪਰ ਵਿੱਚ ਵੀ 15 ਨੰਬਰ ਦਾ ਕੰਪਿਊਟਰ ਹੈ, ਠੀਕ ਹੈ, ਉਸ ਦੇ ਵਿੱਚ ਵੀ ਇਹ ਕੁਐਸਚਨ ਆਉਣਗੇ, ਠੀਕ ਹੈ। ਸੋ ਮੈਂ ਵਧੀਆ ਇਹ ਪੂਰਾ ਟਾਈਮ ਲਾ ਕੇ ਨੋਟਸ ਇਹ ਤਿਆਰ ਕੀਤੇ ਨੇ ਤੁਹਾਡੇ ਲਈ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ, ਠੀਕ ਹੈ। PDF ਇਹ ਪੰਜਾਬੀ ਅਤੇ ਇੰਗਲਿਸ਼ ਵਿੱਚ ਹੈ, ਮੈਂ ਤੁਹਾਨੂੰ ਪੰਜਾਬੀ ਵਿੱਚ ਹੀ ਪੜ੍ਹਾਊਂਗਾ, ਠੀਕ ਹੈ। ਪਰ ਕੁਝ ਅਜਿਹੇ ਵਰਡ ਹੁੰਦੇ ਜੋ ਪੰਜਾਬੀ ਵਿੱਚ ਸਮਝ ਨਹੀਂ ਆਉਂਦੇ, ਸੋ ਆਪਾਂ ਉਹਨਾਂ ਨੂੰ ਇੰਗਲਿਸ਼ ਵਿੱਚ ਵੀ ਦੇਖ ਸਕਦੇ ਹਾਂ, ਠੀਕ ਹੈ। ਸੋ ਜਨਰੇਸ਼ਨ ਹੁੰਦਾ ਕੀ ਹੈ? ਜਨਰੇਸ਼ਨ ਇੱਕ ਅਲੱਗ-ਅਲੱਗ ਸਮੇਂ ਵਿੱਚ ਕਿਸੇ ਵੀ ਜੋ ਟਾਈਮ ਹੁੰਦਾ ਹੈ, ਕਿਸੇ ਵੀ ਟੈਕਨੋਲੋਜੀ ਵਿੱਚ ਜੋ ਤਬਦੀਲੀ ਆਉਂਦੀ ਹੈ ਉਸਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ? ਜਨਰੇਸ਼ਨ। ਜਿਵੇਂ ਆਪਾਂ ਹੁਣ ਇੱਥੇ ਕੰਪਿਊਟਰ ਦੀ ਗੱਲ ਕਰਦੇ ਹਾਂ, ਤਾਂ ਕੰਪਿਊਟਰ ਦੇ ਵਿੱਚ ਜੋ ਅਲੱਗ-ਅਲੱਗ ਟਾਈਮ ਦੇ ਵਿੱਚ ਤਬਦੀਲੀਆਂ ਹੋਈਆਂ ਉਸ ਨੂੰ 5 ਜਨਰੇਸ਼ਨਾਂ ਵਿੱਚ ਵੰਡਿਆ ਗਿਆ ਹੈ ਹੁਣ ਤੱਕ ਕੰਪਿਊਟਰਾਂ ਨੂੰ, ਠੀਕ ਹੈ। ਸੋ ਅੱਜ ਆਪਾਂ ਇਹਨਾਂ ਬਾਰੇ ਪੜ੍ਹਾਂਗੇ। ਕੰਪਿਊਟਰ ਦੀ ਪਰਿਭਾਸ਼ਾ ਵਿੱਚ ਪੀੜ੍ਹੀ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਟੈਕਨੋਲੋਜੀ ਵਿੱਚ ਤਬਦੀਲੀ ਹੈ, ਠੀਕ ਹੈ। ਸੋ ਹੌਲੀ ਹੌਲੀ ਉਹਨਾਂ ਦੇ ਵਿੱਚ ਕੀ ਸੁਧਾਰ ਹੁੰਦਾ ਹੈ, ਉਸ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ, ਉਸ ਨੂੰ ਜਨਰੇਸ਼ਨਾਂ ਵਿੱਚ ਵੰਡਿਆ ਗਿਆ ਹੈ, ਠੀਕ ਹੈ। ਪਹਿਲਾਂ ਇਸ ਦੀ ਵਰਤੋਂ ਹਾਰਡਵੇਅਰ ਟੈਕਨੋਲੋਜੀਆਂ ਵਿੱਚ ਫਰਕ ਕਰਨ ਲਈ ਕੀਤੀ ਜਾਂਦੀ ਸੀ, ਪਰ ਹਾਰਡਵੇਅਰ ਐਂਡ ਸੌਫਟਵੇਅਰ ਹੁਣ ਦੋਨਾਂ ਦੇ ਵਿੱਚ ਕੀਤੀ ਜਾਂਦੀ ਹੈ, ਠੀਕ ਹੈ। ਜਨਰੇਸ਼ਨ ਨੂੰ ਪਹਿਲਾਂ ਹਾਰਡਵੇਅਰ ਦੇ ਵਿੱਚ ਜੋ ਤਬਦੀਲੀ ਹੁੰਦੀ ਸੀ ਉਸ ਦੇ ਆਧਾਰ ਦੇ ਉੱਤੇ ਵੰਡਿਆ ਜਾਂਦਾ ਸੀ, ਪਰ ਹੁਣ ਸੌਫਟਵੇਅਰ ਦੇ ਵਿੱਚ ਵੀ ਜੋ ਤਬਦੀਲੀ ਹੁੰਦੀ ਹੈ ਉਸ ਦੇ ਆਧਾਰ ਦੇ ਉੱਤੇ ਵੀ ਵੰਡਿਆ ਜਾਂਦਾ ਹੈ। ਮਤਲਬ ਇੱਕ ਪੂਰਾ ਕੰਪਿਊਟਰ ਸਿਸਟਮ ਦੇ ਵਿੱਚ ਕੀ ਤਬਦੀਲੀ ਹੋਈ ਹੈ ਟਾਈਮ 'ਤੇ, ਉਸ ਨੂੰ ਆਪਾਂ ਜਨਰੇਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਜਨਰੇਸ਼ਨ ਜਾਂ ਪੀੜ੍ਹੀ, ਠੀਕ ਹੈ। ਜਿਵੇਂ ਜਦੋਂ ਆਪਣੇ ਦਾਦਾ ਦਾਦੀ ਸੀ ਉਹਨਾਂ ਦੇ ਟਾਈਮ ਦੇ ਵਿੱਚ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਸਨ, ਜਦੋਂ ਆਪਣੇ ਮੰਮੀ ਡੈਡੀ ਸਨ ਉਹਨਾਂ ਦੇ ਟਾਈਮ ਦੇ ਵਿੱਚ ਅਲੱਗ ਚੀਜ਼ਾਂ ਸਨ, ਜਦੋਂ ਹੁਣ ਆਪਾਂ ਆ ਗਏ ਤਾਂ ਆਪਣੇ ਟਾਈਮ ਦੇ ਵਿੱਚ ਅਲੱਗ ਚੀਜ਼ਾਂ ਹੈ, ਠੀਕ ਹੈ। ਅੱਗੇ ਤੋਂ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਹੋਏਗੀ ਉਹਨਾਂ ਦੇ ਵਿੱਚ ਅਲੱਗ ਚੀਜ਼ਾਂ ਹੋਣਗੀਆਂ, ਠੀਕ ਹੈ। ਜੋ ਚੀਜ਼ਾਂ ਆਪਾਂ ਨੇ ਹੁਣ ਦੇਖ ਰਹੇ ਹਾਂ ਜਵਾਨ ਹੋ ਕੇ, ਉਹ ਉਹਨਾਂ ਨੇ ਬਚਪਨ ਦੇ ਵਿੱਚ ਹੀ ਦੇਖ ਲੈਣੀਆਂ, ਠੀਕ ਹੈ। ਸੋ ਇਹ ਹੁੰਦੀ ਹੈ ਟਾਈਮ ਦੇ ਨਾਲ ਹਰੇਕ ਚੀਜ਼ ਦੇ ਵਿੱਚ ਤਬਦੀਲੀ, ਠੀਕ ਹੈ। ਅੱਜ ਤੱਕ 5 ਕੰਪਿਊਟਰ ਪੀੜ੍ਹੀਆਂ ਜਾਣੀਆਂ ਜਾਂਦੀਆਂ ਹਨ। ਹਰੇਕ ਪੀੜ੍ਹੀ ਉਹਨਾਂ ਦੀਆਂ ਸਮੇਂ ਅਤੇ ਵਿਸ਼ੇਸ਼ਤਾ ਦੇ ਨਾਲ ਵਿਸਥਾਰ ਵਿੱਚ ਚਰਚਾ
ਕੀਤੀ ਗਈ ਹੈ। ਠੀਕ ਹੈ, ਹਰੇਕ ਪੀੜ੍ਹੀ ਦੀ ਅੱਗੇ ਦੱਸਿਆ ਗਿਆ ਹੈ ਕਿ ਕੀ ਉਹਨਾਂ ਵਿੱਚ ਤਬਦੀਲੀ ਆਈ। ਚਲੋ ਆਪਾਂ ਹੁਣ ਇਹਨਾਂ ਬਾਰੇ ਪੜ੍ਹਦੇ ਹਾਂ। ਠੀਕ ਹੈ, ਆਹ ਇੰਗਲਿਸ਼ ਵਿੱਚ ਵੀ ਹੈ, ਨੀਚੇ ਇਹ ਪੰਜਾਬੀ ਵਿੱਚ ਹੈ। ਪਹਿਲੀ ਪੀੜ੍ਹੀ ਜਿਹੜੀ ਫਸਟ ਜਨਰੇਸ਼ਨ ਹੈ ਉਸ ਨੂੰ ਆਮ ਤੌਰ 'ਤੇ 1940 ਤੋਂ ਲੈ ਕੇ 1956 ਦੇ ਵਿੱਚ ਵੰਡਿਆ ਗਿਆ ਹੈ। ਇਹਦੇ ਵਿੱਚ ਕੀ ਯੂਜ਼ ਕੀਤਾ ਗਿਆ? ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਵੈਕਿਊਮ ਟਿਊਬਾਂ ਯੂਜ਼ ਕੀਤੀਆਂ ਗਈਆਂ। ਠੀਕ ਹੈ, ਬਹੁਤ ਵਾਰੀ ਇਹ ਕੁਐਸਚਨ ਆਉਂਦਾ ਹੈ ਕਿ ਵੈਕਿਊਮ ਟਿਊਬਾਂ ਜਿਹੜੀਆਂ ਉਹ ਕਿਹੜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਯੂਜ਼ ਕੀਤੀਆਂ ਗਈਆਂ, ਤਾਂ ਫਸਟ ਜਨਰੇਸ਼ਨ ਇਸ ਦਾ ਰਾਈਟ ਆਨਸਰ ਹੋ ਜਾਏਗਾ। ਅਤੇ ਮੈਮਰੀ ਲਈ ਮੈਗਨੇਟਿਕ ਡਰਮਾਂ ਦੀ ਵਰਤੋਂ ਕੀਤੀ ਗਈ। ਚੁੰਬਕੀ ਡਰਮ, ਠੀਕ ਹੈ, ਮੈਗਨੇਟਿਕ ਡਰਮਾਂ ਦੀ ਵਰਤੋਂ ਮੈਮਰੀ ਲਈ ਕੀਤੀ ਗਈ ਸੀ। ਇਹ ਬਹੁਤ ਜ਼ਿਆਦਾ ਹੁੰਦੇ ਸੀ ਸਾਈਜ਼ ਦੇ ਵਿੱਚ। ਇਹਨਾਂ ਦਾ ਆਕਾਰ ਜਿਹੜੇ ਕੰਪਿਊਟਰ ਸਨ ਬਹੁਤ ਵੱਡਾ ਹੁੰਦਾ ਸੀ। ਠੀਕ ਹੈ, ਪਹਿਲੀ ਜਨਰੇਸ਼ਨ ਦੇ ਕੰਪਿਊਟਰਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ, ਵੱਡੇ ਵੱਡੇ ਕਮਰਿਆਂ ਜਿੱਡਾ ਹੁੰਦਾ ਸੀ ਅਤੇ ਇਹ ਬਹੁਤ ਜ਼ਿਆਦਾ ਮਹਿੰਗੇ ਸਨ। ਠੀਕ ਹੈ, ਬਹੁਤ ਜ਼ਿਆਦਾ ਇਲੈਕਟ੍ਰੀਸਿਟੀ ਕੰਜ਼ਿਊਮ ਕਰਦੇ ਸੀ, ਇਹ ਯੂਜ਼ ਕਰਦੇ ਸੀ, ਬਿਜਲੀ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਸੀ। ਇਸ ਨਾਲ ਗਰਮੀ ਬਹੁਤ ਜ਼ਿਆਦਾ ਪੈਦਾ ਹੁੰਦੀ ਸੀ, ਹੀਟ ਬਹੁਤ ਪੈਦਾ ਹੁੰਦੀ ਸੀ, ਤਾਂ ਕਰਕੇ ਇਹ ਖਰਾਬ ਹੋ ਜਾਂਦੇ ਸਨ। ਠੀਕ ਹੈ, ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਹੋਰ ਕੀ ਕੁਐਸਚਨ ਤੁਹਾਨੂੰ ਆ ਸਕਦਾ ਪੇਪਰ ਵਿੱਚ? ਮਸ਼ੀਨੀ ਲੈਂਗੁਏਜ ਯੂਜ਼ ਕੀਤੀ ਗਈ। ਠੀਕ ਹੈ, ਸਭ ਤੋਂ ਪਹਿਲੀ ਜਿਹੜੀ ਹੇਠਲੇ ਪੱਧਰ ਦੀ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਯੂਜ਼ ਕੀਤੀ ਗਈ। ਠੀਕ ਹੈ, ਪਰ ਇਹਨਾਂ ਦੀ ਜੋ ਸਮੱਸਿਆ ਨੂੰ ਹੱਲ ਕਰਨ ਦੀ ਕਪੈਸਿਟੀ ਸੀ ਉਹ ਇੱਕ ਸਮੱਸਿਆ ਨੂੰ ਇੱਕ ਟਾਈਮ 'ਤੇ ਹੀ ਹੱਲ ਕਰ ਸਕਦੇ ਸਨ ਪਹਿਲੀ ਪੀੜ੍ਹੀ ਦੇ ਜੋ ਕੰਪਿਊਟਰ ਸਨ। ਠੀਕ ਹੈ, ਇਨਪੁੱਟ ਪੰਚ ਕਾਰਡ ਦੇ ਉੱਤੇ ਆਧਾਰਿਤ ਸੀ ਅਤੇ ਪੇਪਰ ਟੇਪ 'ਤੇ, ਅਤੇ ਆਊਟਪੁੱਟ ਪ੍ਰਿੰਟ ਆਊਟ ਦੇ ਦੁਆਰਾ ਲਈ ਜਾਂਦੀ ਸੀ ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ। ਠੀਕ ਹੈ, ਸੋ ਇਹ ਪਹਿਲੀ ਪੀੜ੍ਹੀ ਬਾਰੇ ਮੈਂ ਦੱਸਦਾ। ਮੇਨ ਇਹਦੇ ਵਿੱਚ ਕੀ ਕੁਐਸਚਨ ਬਣਦਾ ਹੈ? ਇੱਕ ਤਾਂ ਵੈਕਿਊਮ ਟਿਊਬ, ਇੱਕ ਜਿਹੜੀ ਮਸ਼ੀਨ ਭਾਸ਼ਾ ਹੈ ਉਹ ਹੇਠਲੇ ਪੱਧਰ ਦੀ ਉਹ ਯੂਜ਼ ਕੀਤੀ ਗਈ ਸੀ ਫਸਟ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ। ਠੀਕ ਹੈ, ਅੱਗੇ ਇਸ ਦੇ ਜਿਹੜੇ ਐਗਜ਼ਾਮਪਲ ਹੈ, ਯੂਨੀਬੈਕ ਅਤੇ ਐਨਿਕ ਕੰਪਿਊਟਰ ਪਹਿਲੀ ਪੀੜ੍ਹੀ ਦੇ ਕੰਪਿਊਟਰਿੰਗ ਯੰਤਰਾਂ ਦੀਆਂ ਉਦਾਹਰਨਾਂ ਹਨ। ਠੀਕ ਹੈ, ਯੂਨੀਬੈਕ ਇੱਕ ਵਪਾਰਕ ਕੰਪਿਊਟਰ ਸੀ ਜੋ 1951 ਵਿੱਚ ਇੱਕ ਵਪਾਰਕ ਕਲਾਇੰਟ US ਗਣਨਾ ਬਿਊਰੋ ਨੂੰ ਦਿੱਤਾ ਗਿਆ ਸੀ। ਠੀਕ ਹੈ, ਇਹ ਯਾਦ ਰੱਖਿਓ ਕਿਹੜੇ ਕਿਹੜੇ ਸੀ ਇਹ, ਯੂਨੀਬੈਕ ਅਤੇ ਐਨਿਕ ਫਸਟ ਜਨਰੇਸ਼ਨ ਦੇ ਵਿੱਚ, ਇਹਨਾਂ ਦੀਆਂ ਉਦਾਹਰਨਾਂ ਕੰਪਿਊਟਰਾਂ ਦੀਆਂ। ਚਲੋ ਹੁਣ ਆਪਾਂ ਅੱਗੇ ਦੇਖਦੇ ਹਾਂ ਸੈਕੰਡ ਜਨਰੇਸ਼ਨ। ਦੂਜੀ ਪੀੜ੍ਹੀ ਦੇ ਵਿੱਚ ਕੀ ਆ ਗਏ? ਟ੍ਰਾਂਜ਼ਿਕਸ਼ਨ ਉਹਨਾਂ ਦੀ ਜਗ੍ਹਾ ਵੈਕਿਊਮ ਟਿਊਬਾਂ ਦੀ ਜਗ੍ਹਾ ਟ੍ਰਾਂਜਿਸਟਰ। ਠੀਕ ਹੈ, ਟ੍ਰਾਂਜਿਸਟਰਾਂ ਨੇ ਲੈ ਲਈ ਵੈਕਿਊਮ ਟਿਊਬਾਂ ਦੀ ਜਗ੍ਹਾ। ਕੰਪਿਊਟਰਾਂ ਦੀ ਦੂਜੀ ਪੀੜ੍ਹੀ ਵਿੱਚ ਵੈਕਿਊਮ ਟਿਊਬਾਂ ਦੀ ਥਾਂ ਟ੍ਰਾਂਜਿਸਟਰਾਂ ਨੇ ਲੈ ਲਈ। ਟ੍ਰਾਂਜਿਸਟਰਾਂ ਦੀ ਖੋਜ ਬੈਲ ਲੈਬਸ ਵਿੱਚ 1947 ਵਿੱਚ ਕੀਤੀ ਗਈ ਸੀ, ਪਰ 1950 ਦੇ ਦਹਾਕੇ ਦੇ ਅਖੀਰ ਤੱਕ ਕੰਪਿਊਟਰਾਂ ਵਿੱਚ ਇਸ ਦੀ ਵਿਆਪਕ ਵਰਤੋਂ ਨਹੀਂ ਹੋਈ। ਖੋਜ ਇਹਦੀ ਪਹਿਲਾਂ ਹੋ ਗਈ ਸੀ, ਪਰ ਇਸ ਦਾ ਯੂਜ਼ ਥੋੜ੍ਹੇ ਸਾਲ ਬਾਅਦ ਦੇ ਵਿੱਚ ਹੋਇਆ। ਠੀਕ ਹੈ, ਪਹਿਲੀ ਪੀੜ੍ਹੀ ਲਈ ਵੈਕਿਊਮ ਟਿਊਬਾਂ, ਦੂਜੀ ਲਈ ਟ੍ਰਾਂਜਿਸਟਰ। ਟ੍ਰਾਂਜਿਸਟਰ ਕਿਹੜੀ ਪੀੜ੍ਹੀ ਵਿੱਚ ਯੂਜ਼ ਹੋਏ? ਇਹ ਕੁਐਸਚਨ ਬਣਦਾ ਹੈ, ਕਾਫੀ ਵਾਰ ਆ ਚੁੱਕਿਆ, ਤਾਂ ਉਸ ਦਾ ਆਨਸਰ ਹੋਏਗਾ ਦੂਜੀ ਪੀੜ੍ਹੀ ਦੇ ਵਿੱਚ। ਠੀਕ ਹੈ, ਟ੍ਰਾਂਜਿਸਟਰ ਵੈਕਿਊਮ ਟਿਊਬਾਂ ਨਾਲ ਉੱਤਮ ਸੀ, ਐਡਵਾਂਸ ਸੀ, ਜਿਸ ਨਾਲ ਕੰਪਿਊਟਰਾਂ ਦਾ ਆਕਾਰ ਆ ਜਿਹੜਾ ਉਹ ਛੋਟਾ ਹੋ ਗਿਆ ਅਤੇ ਪਹਿਲਾਂ ਨਾਲੋਂ ਕੰਪਿਊਟਰ ਫਾਸਟ ਕੰਮ ਕਰਨ ਲੱਗ ਗਏ। ਠੀਕ ਹੈ, ਸਸਤੇ ਹੋ ਗਏ, ਵਧੇਰੇ ਊਰਜਾ ਕੁਸ਼ਲ ਹੋ ਗਏ, ਪਰ ਇਹਨਾਂ ਨੇ ਵੀ ਬਹੁਤ ਜ਼ਿਆਦਾ ਗਰਮੀ ਪੈਦਾ ਕੀਤੀ, ਜਿਸ ਨਾਲ ਕੰਪਿਊਟਰਾਂ ਨੂੰ ਕਾਫੀ ਨੁਕਸਾਨ ਹਲੇ ਵੀ ਪਹੁੰਚਿਆ। ਠੀਕ ਹੈ, ਪਰ ਇਹ ਵੈਕਿਊਮ ਟਿਊਬਾਂ ਦੇ ਮੁਕਾਬਲੇ ਕਾਫੀ ਵੱਡਾ ਸੁਧਾਰ ਸੀ। ਅਤੇ ਇਨਪੁੱਟ ਦੂਜੀ ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਵੀ ਪੰਚ ਕਾਰਡਾਂ ਅਤੇ ਆਊਟਪੁੱਟ ਲਈ ਪ੍ਰਿੰਟ ਆਊਟ ਯੂਜ਼ ਕੀਤੇ ਜਾਂਦੇ ਸੀ। ਠੀਕ ਹੈ, ਇਹ ਜਨਰੇਸ਼ਨ ਨੂੰ ਕਿਹੜੇ ਕਿਹੜੇ ਸਾਲ ਵਿੱਚ ਵੰਡਿਆ ਜਾਂਦਾ ਹੈ? 1956 ਤੋਂ 1963 ਦੇ ਵਿੱਚ, ਜੋ ਆਪਣੀ ਸੈਕੰਡ ਜਨਰੇਸ਼ਨ ਹੈ। ਠੀਕ ਹੈ, ਅੱਗੇ ਨੈਕਸਟ ਹੈ ਆਪਣਾ ਦੂਜੀ ਪੀੜ੍ਹੀ ਦੇ ਕੰਪਿਊਟਰਾਂ ਕ੍ਰਿਪਟਿਕ ਬਾਈਨਰੀ ਮਸ਼ੀਨ ਭਾਸ਼ਾ ਤੋਂ ਪ੍ਰਤੀਕਾਤਮਕ ਜਾਂ ਅਸੈਂਬਲੀ ਭਾਸ਼ਾਵਾਂ ਵਿੱਚ ਚਲੇ ਗਏ ਸਨ, ਜਿਸ ਨਾਲ ਪ੍ਰੋਗਰਾਮਾਂ ਨੂੰ ਸ਼ਬਦਾਂ ਵਿੱਚ ਨਿਰਦੇਸ਼ਾਂ ਨੂੰ ਨਿਸ਼ਚਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਮੇਂ ਉੱਚ ਪੱਧਰੀ ਪ੍ਰੋਗਰਾਮਿੰਗ ਭਾਸ਼ਾਵਾਂ ਦਾ ਵਿਕਾਸ ਹੋਇਆ, ਜਿਵੇਂ ਕਿ ਕਬੋਲ ਅਤੇ ਫੋਰਟਨ ਦੇ ਸ਼ੁਰੂਆਤੀ ਸੰਸਕਰਣ। ਕਬੋਲ ਅਤੇ ਫੋਰਟਨ ਇਸ ਸਮੇਂ ਦੇ ਵਿੱਚ ਹੀ ਇਹਨਾਂ ਦੀ ਸ਼ੁਰੂਆਤ ਹੋ ਗਈ ਸੀ। ਠੀਕ ਹੈ, ਜਦੋਂ ਇਹ ਪ੍ਰੋਗਰਾਮਿੰਗ ਭਾਸ਼ਾ ਬਣੀਆਂ। ਠੀਕ ਹੈ,
ਇਹ ਪਹਿਲੇ ਕੰਪਿਊਟਰ ਸਨ ਜਿਨ੍ਹਾਂ ਨੇ ਆਪਣੀ ਹਦਾਇਤਾਂ ਨੂੰ ਆਪਣੀ ਯਾਦ ਵਿੱਚ ਸਟੋਰ ਕੀਤਾ। ਇਹਨਾਂ ਨੇ ਮਤਲਬ ਆਪਣੀ ਮੈਮਰੀ ਦੇ ਵਿੱਚ ਸਟੋਰ ਕੀਤਾ, ਠੀਕ ਹੈ, ਜੋ ਇੱਕ ਮੈਗਨੇਟਿਕ ਡਰਮ ਤੋਂ ਚੁੰਬਕੀ ਕੋਰ ਟੈਕਨੋਲੋਜੀ ਵਿੱਚ ਚਲੇ ਗਏ। ਮੈਗਨੈਟਿਕ ਕੋਰ ਟੈਕਨੋਲੋਜੀ ਵਿੱਚ ਇਹ ਚਲੇ ਗਈ ਸੀ। ਕੰਪਿਊਟਰ ਚੁੰਬਕੀ ਡਰਮ ਤੋਂ ਮੈਗਨੈਟਿਕ ਕੋਰ, ਠੀਕ ਹੈ। ਇਸ ਪੀੜ੍ਹੀ ਦੇ ਪਹਿਲੇ ਕੰਪਿਊਟਰ ਪਰਮਾਣੂ ਊਰਜਾ ਉਦਯੋਗ ਲਈ ਵਿਕਸਿਤ ਕੀਤੇ ਗਏ ਸਨ, ਠੀਕ ਹੈ। ਪਰਮਾਣੂ ਊਰਜਾ ਲਈ ਇਹ ਵਿਕਸਿਤ ਕੀਤੇ ਗਏ ਸਨ ਦੂਜੀ ਪੀੜ੍ਹੀ ਦੇ ਜੋ ਕੰਪਿਊਟਰ ਸੀ। ਨੈਕਸਟ ਆਪਣੇ ਕੋਲ ਥਰਡ ਜਨਰੇਸ਼ਨ, ਤੀਜੀ ਪੀੜ੍ਹੀ 1964 ਤੋਂ ਲੈ ਕੇ 1971 ਤੱਕ, ਠੀਕ ਹੈ। ਇਹਦੇ ਵਿੱਚ ਕੀ ਆ ਗਿਆ? ਪਹਿਲੀ ਦੇ ਵਿੱਚ ਵੈਕਿਊਮ ਟਿਊਬ, ਦੂਜੀ ਦੇ ਵਿੱਚ ਟਰਾਂਜਿਸਟਰ, ਤੀਜੀ ਦੇ ਵਿੱਚ ਆ ਗਿਆ ਇੰਟੀਗ੍ਰੇਟਡ ਸਰਕਟ ਆ ਗਏ, ਠੀਕ ਹੈ। ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ ਤੀਜੀ ਪੀੜ੍ਹੀ ਦੇ ਕੰਪਿਊਟਰਾਂ ਦੀ, ਠੀਕ ਹੈ। ਟਰਾਂਜਿਸਟਰਾਂ ਨੂੰ ਛੋਟਾ ਕਰ ਦਿੱਤਾ ਗਿਆ ਅਤੇ ਸਿਲੀਕੌਨ ਚਿਪਸ ਦੇ ਉੱਤੇ ਰੱਖਿਆ ਗਿਆ, ਜਿਨ੍ਹਾਂ ਨੂੰ ਸੈਮੀਕੰਡਕਟਰ ਕਿਹਾ ਜਾਂਦਾ ਹੈ, ਜਿਸ ਨੇ ਕੰਪਿਊਟਰਾਂ ਦੀ ਗਤੀ ਅਤੇ ਕੁਸ਼ਲਤਾ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਸੀ। ਪਹਿਲਾਂ ਦੇ ਮੁਕਾਬਲੇ ਜੋ ਕੰਪਿਊਟਰਾਂ ਦੀ ਸਪੀਡ ਸੀ ਉਹ ਵੱਧ ਗਈ ਕੰਮ ਕਰਨ ਦੀ, ਠੀਕ ਹੈ, ਅਤੇ ਟਰਾਂਜਿਸਟਰਾਂ ਨੂੰ ਛੋਟਾ ਕਰ ਦਿੱਤਾ ਗਿਆ ਅਤੇ ਇੰਟੀਗ੍ਰੇਟਡ ਸਰਕਟ ਲਗਾਏ ਗਏ ਤੀਜੀ ਪੀੜ੍ਹੀ ਦੇ ਵਿੱਚ। ਪੰਚ ਕਾਰਡਾਂ ਅਤੇ ਪ੍ਰਿੰਟਆਊਟਸ ਦੀ ਬਜਾਏ ਉਪਭੋਗਤਾ ਨੇ ਕੀਬੋਰਡ ਅਤੇ ਮਨੀਟਰਾਂ ਦੁਆਰਾ ਤੀਜੀ ਪੀੜ੍ਹੀ ਦੇ ਕੰਪਿਊਟਰਾਂ ਨਾਲ ਇੰਟਰਫੇਸ ਕੀਤਾ, ਠੀਕ ਹੈ। ਜਿਹੜੀਆਂ ਉੱਪਰਲੀਆਂ ਦੋ ਪੀੜ੍ਹੀਆਂ ਉਹਨਾਂ ਦੇ ਵਿੱਚ ਮਨੀਟਰ ਨਹੀਂ ਹੁੰਦੇ ਸੀ, ਮਤਲਬ ਜੋ ਆਪਾਂ ਹੁਣ ਸਕਰੀਨ ਯੂਜ਼ ਕਰਦੇ ਉਹ ਨਹੀਂ ਹੁੰਦੀ ਸੀ, ਠੀਕ ਹੈ। ਪਰ ਤੀਜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਇਹ ਕੀਬੋਰਡ ਅਤੇ ਮਨੀਟਰ ਆ ਗਏ ਸੀ, ਠੀਕ ਹੈ। ਸੋ ਇੱਕ ਬਹੁਤ ਵੱਡਾ ਵਿਕਾਸ ਸੀ, ਇਹ ਬਹੁਤ ਵੱਡਾ ਇੱਕ ਬਦਲਾਅ ਸੀ ਕੰਪਿਊਟਰਾਂ ਦੇ ਵਿੱਚ, ਕਿਉਂਕਿ ਆਊਟਪੁੱਟ ਹੈ ਜੋ ਉਹ ਹੁਣ ਮਨੀਟਰਾਂ ਦੇ ਉੱਤੇ ਸ਼ੋਅ ਹੁੰਦੀ ਸੀ। ਪਹਿਲਾਂ ਸਿਰਫ ਪ੍ਰਿੰਟ ਆਊਟ ਨਿਕਲਦਾ ਸੀ ਆਊਟਪੁੱਟ ਦਾ, ਠੀਕ ਹੈ, ਕੋਈ ਵੀ ਮਨੀਟਰ ਜਾਂ ਕੋਈ ਵੀ ਸਕਰੀਨ ਨਹੀਂ ਹੁੰਦੀ ਸੀ, ਠੀਕ ਹੈ। ਇੱਕ ਆਪਰੇਟਿੰਗ ਸਿਸਟਮ ਨਾਲ ਇੰਟਰਫੇਸ ਕੀਤਾ ਗਿਆ। ਕੁਐਸਚਨ ਇਹ ਵੀ ਬਣਦਾ ਹੈ ਕਿ ਆਪਰੇਟਿੰਗ ਸਿਸਟਮ ਕਿਹੜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਸਭ ਤੋਂ ਪਹਿਲਾਂ ਆਇਆ ਸੀ? ਥਰਡ ਜਨਰੇਸ਼ਨ ਦੇ ਵਿੱਚ, ਠੀਕ ਹੈ। ਇਸ ਦੇ ਵਿੱਚ ਵੱਖ-ਵੱਖ ਐਪਲੀਕੇਸ਼ਨਾਂ ਨੂੰ ਇੱਕ ਸਮੇਂ ਚਲਾਉਣ ਦੀ ਇਜਾਜ਼ਤ ਮਿਲੀ, ਠੀਕ ਹੈ। ਜਿਵੇਂ ਆਪਾਂ ਹੁਣ ਕਰਦੇ ਹਾਂ ਮਲਟੀਟਾਸਕਿੰਗ, ਠੀਕ ਹੈ, ਉਹ ਇਸ ਜਨਰੇਸ਼ਨ ਦੇ ਵਿੱਚ ਪੋਸੀਬਲ ਹੋਈ, ਠੀਕ ਹੈ। ਜਿਵੇਂ ਆਪਾਂ ਕੋਈ ਵੀ ਸੌਂਗ ਪਲੇ ਕਰ ਲਿਆ, ਨਾਲ ਦੀ ਨਾਲ ਆਪਾਂ ਗੂਗਲ ਦੇ ਉੱਤੇ ਕੁਝ ਸਰਚ ਕਰ ਰਹੇ ਹਾਂ, ਉਹ ਚੀਜ਼ ਹੁੰਦੀ ਹੈ ਮਲਟੀਟਾਸਕਿੰਗ, ਠੀਕ ਹੈ। ਕੰਪਿਊਟਰ ਪਹਿਲੀ ਵਾਰ ਵੱਡੇ ਦਰਸ਼ਕਾਂ ਲਈ ਪਹੁੰਚਣਯੋਗ ਬਣ ਗਏ, ਕਿਉਂਕਿ ਇਹ ਆਪਣੇ ਪੂਰਵਜਾਂ ਨਾਲੋਂ ਬਹੁਤ ਛੋਟੇ ਸਨ, ਠੀਕ ਹੈ। ਸੋ ਕੰਪਿਊਟਰ ਆਮ ਜਨਤਾ ਦੇ ਵਿੱਚ ਪਹੁੰਚਣ ਲਈ ਇਸ ਜਨਰੇਸ਼ਨ ਵਿੱਚ ਆਏ, ਕਿਉਂਕਿ ਇਹਨਾਂ ਦਾ ਸਾਈਜ਼ ਕਾਫੀ ਘੱਟ ਗਿਆ ਸੀ, ਪਹਿਲਾਂ ਨਾਲੋਂ ਕਾਫੀ ਐਡਵਾਂਸ ਹੋ ਚੁੱਕੇ ਸੀ। ਮਤਲਬ ਇਹਨਾਂ ਦਾ ਆਮ ਘਰ ਦੇ ਵਿੱਚ ਜਾਂ ਕਿਸੇ ਛੋਟੇ ਆਫਿਸਾਂ ਵਿੱਚ ਯੂਜ਼ ਹੋਣ ਲੱਗ ਪਿਆ ਸੀ ਥਰਡ ਜਨਰੇਸ਼ਨ ਦੇ ਵਿੱਚ, ਠੀਕ ਹੈ, ਕਿਉਂਕਿ ਇਹਨਾਂ ਦਾ ਆਕਾਰ ਘੱਟ ਗਿਆ ਸੀ ਅਤੇ ਪਹਿਲਾਂ ਨਾਲੋਂ ਐਡਵਾਂਸ ਹੋ ਚੁੱਕੇ ਸੀ ਇਹ, ਠੀਕ ਹੈ। ਸੋ ਯਾਦ ਰੱਖਿਓ, ਇਸ ਦੇ ਵਿੱਚ ਮੇਨ ਕੀ ਕੁਐਸਚਨ ਬਣਦਾ? ਇੰਟੀਗ੍ਰੇਟਡ ਸਰਕਟ ਤੀਜੀ ਪੀੜ੍ਹੀ ਦੇ ਵਿੱਚ ਆਏ, ਠੀਕ ਹੈ। ਬਾਕੀ ਆਪਰੇਟਿੰਗ ਸਿਸਟਮ ਵੀ ਇਸ ਪੀੜ੍ਹੀ ਵਿੱਚ ਆਇਆ, ਕੀਬੋਰਡ ਅਤੇ ਮਨੀਟਰ ਵੀ ਇਸ ਪੀੜ੍ਹੀ ਦੇ ਵਿੱਚ ਆਏ। ਇੰਟਰਗ੍ਰੇਟਡ ਸਰਕਟ ਕੀ ਹੈ? ਇੰਟਰਗ੍ਰੇਟਡ ਆਈਸੀ ਇੱਕ ਇਲੈਕਟ੍ਰੋਨਿਕ ਯੰਤਰ ਹੁੰਦਾ ਹੈ ਜੋ ਇੱਕ ਸੈਮੀਕੰਡਕਟਰ ਸਮੱਗਰੀ ਤੋਂ ਬਣਿਆ ਹੁੰਦਾ। ਇਹ ਵੀ ਕੁਐਸਚਨ ਬਣਦਾ ਹੈ ਕਿ ਕੀ ਹੁੰਦਾ ਇਹ ਆਈਸੀ? ਕੀ ਹੁੰਦਾ? ਇੱਕ ਇਲੈਕਟ੍ਰੋਨਿਕ ਯੰਤਰ ਹੁੰਦਾ ਜੋ ਸੈਮੀਕੰਡਕਟਰ ਤੋਂ ਬਣਿਆ ਹੁੰਦਾ ਹੈ। ਪਹਿਲਾ ਇੰਟਰਗ੍ਰੇਟਡ ਸਰਕਟ 1950 ਵਿੱਚ ਬਣਿਆ ਸੀ, ਠੀਕ ਹੈ। ਕਿਹਨਾਂ ਨੇ ਇਹ ਬਣਿਆ ਇਹ ਦੇਖ ਲਓ, ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈ ਇਹ। ਚਲੋ ਹੁਣ ਅੱਗੇ ਆਪਾਂ ਦੇਖਦੇ ਹਾਂ ਫੋਰਥ ਜਨਰੇਸ਼ਨ। ਫੋਰਥ ਜਨਰੇਸ਼ਨ ਦੇ ਵਿੱਚ ਕੀ ਆ ਗਿਆ? ਮਾਈਕਰੋ ਪ੍ਰੋਸੈਸਰ, ਠੀਕ ਹੈ। ਇਹ ਕਦੋਂ ਤੋਂ ਸ਼ੁਰੂ ਹੋਈ? 1971 ਤੋਂ ਲੈ ਕੇ ਹੁਣ ਤੱਕ ਇਹ ਕੰਪਿਊਟਰ ਚੱਲ ਰਹੇ ਹੈ, ਠੀਕ ਹੈ। ਮਾਈਕਰੋ ਪ੍ਰੋਸੈਸਰ ਨੇ ਕੰਪਿਊਟਰਾਂ ਦੀ ਚੌਥੀ ਪੀੜ੍ਹੀ ਦੀ ਸ਼ੁਰੂਆਤ ਕੀਤੀ, ਕਿਉਂਕਿ ਹਜ਼ਾਰਾਂ ਇੰਟਰਗ੍ਰੇਟਡ ਸਰਕਟਾਂ ਨੂੰ ਇੱਕ ਸਿੰਗਲ ਸਿਲੀਕਾਨ ਚਿੱਪ ਦੇ ਉੱਤੇ ਬਣਾਇਆ ਗਿਆ ਸੀ। ਪਹਿਲੀ ਵਾਰ ਜੋ ਇੱਕ ਪੂਰਾ ਕਮਰਾ ਭਰਿਆ ਹੋਇਆ ਸੀ, ਹੁਣ ਇੱਕ ਹੱਥ ਦੀ ਹਥੇਲੀ ਵਿੱਚ ਫਿੱਟ ਹੋ ਸਕਦਾ ਹੈ। ਮਤਲਬ ਜੋ ਫੋਰਥ ਜਨਰੇਸ਼ਨ ਹੈ ਉਸਦੇ ਕੰਪਿਊਟਰ ਦਾ ਆਕਾਰ ਬਹੁਤ ਜ਼ਿਆਦਾ ਛੋਟਾ ਹੋ ਗਿਆ ਸੀ, ਠੀਕ ਹੈ। ਜੋ ਫਸਟ ਜਨਰੇਸ਼ਨ ਦੇ ਕੰਪਿਊਟਰ ਸੀ ਉਹ ਪੂਰੇ ਇੱਕ ਕਮਰੇ ਦੇ ਵਿੱਚ ਆਉਂਦੇ ਸਨ, ਪਰ ਚੌਥੀ ਪੀੜ੍ਹੀ ਦੇ ਕੰਪਿਊਟਰ ਬਹੁਤ ਜ਼ਿਆਦਾ ਛੋਟੇ ਹੋ ਗਏ ਸੀ।
ਇੰਟੈਲ 4004 ਚਿਪ 1971 ਵਿੱਚ ਵਿਕਸਿਤ ਕੀਤੀ ਗਈ ਸੀ, ਜਿਸ ਵਿੱਚ ਕੇਂਦਰੀ ਪ੍ਰੋਸੈਸਿੰਗ ਯੂਨਿਟ ਅਤੇ ਮੈਮਰੀ ਤੋਂ ਲੈ ਕੇ ਇਨਪੁਟ ਆਊਟਪੁੱਟ ਨਿਯੰਤਰਣ ਤੱਕ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਇੱਕ ਸਿੰਗਲ ਚਿਪ ਦੇ ਉੱਤੇ ਸਥਾਪਿਤ ਕੀਤਾ ਗਿਆ ਸੀ। ਇੱਕ ਸਿੰਗਲ ਚਿਪ ਕੀ ਹੁੰਦੀ ਹੈ? ਮਤਲਬ ਕਿ ਇੱਕ ਪੂਰੇ ਬੋਰਡ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿੱਤਾ ਗਿਆ ਸੀ, ਜਿੱਥੇ ਤੇ ਉਹ ਸਾਰਾ ਕੁਝ ਕੰਟਰੋਲ ਹੁੰਦਾ ਸੀ। ਕੰਪਿਊਟਰ ਦੇ ਜੋ CPU ਦੇ ਅੰਦਰ ਹੈ, ਉੱਥੇ ਤੇ ਇਨਪੁਟ ਡਿਵਾਈਸ ਵੀ ਕੰਟਰੋਲ ਹੁੰਦੀਆਂ, ਆਊਟਪੁੱਟ ਵੀ, ਠੀਕ ਹੈ। ਸੋ ਮਾਈਕਰੋ ਪ੍ਰੋਸੈਸਰ ਆ ਗਏ ਸੀ ਚੌਥੀ ਪੀੜ੍ਹੀ ਦੇ ਵਿੱਚ, ਠੀਕ ਹੈ। 1981 ਵਿੱਚ IBM ਨੇ ਘਰੇਲੂ ਉਪਭੋਗਤਾ ਲਈ ਆਪਣਾ ਪਹਿਲਾ ਕੰਪਿਊਟਰ ਪੇਸ਼ ਕੀਤਾ ਅਤੇ 1984 ਵਿੱਚ ਐਪਲ ਨੇ ਮੈਕਟੀਨੋਸ਼ ਪੇਸ਼ ਕੀਤਾ, ਠੀਕ ਹੈ। ਮਾਈਕਰੋ ਪ੍ਰੋਸੈਸਰ ਵੀ ਡੈਸਕਟਾਪ ਕੰਪਿਊਟਰਾਂ ਦੇ ਖੇਤਰ ਤੋਂ ਬਾਹਰ ਚਲੇ ਗਏ ਅਤੇ ਜੀਵਨ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਚਲੇ ਗਏ, ਕਿਉਂਕਿ ਵੱਧ ਤੋਂ ਵੱਧ ਰੋਜ਼ਾਨਾ ਉਤਪਾਦਾਂ ਨੇ ਮਾਈਕਰੋ ਪ੍ਰੋਸੈਸਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਵੇਂ ਕਿ ਛੋਟੇ ਕੰਪਿਊਟਰ ਵਧੇਰੇ ਸ਼ਕਤੀਸ਼ਾਲੀ ਬਣ ਗਏ, ਇਹਨਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਸਕਦਾ ਅਤੇ ਨੈੱਟਵਰਕ ਬਣਾਇਆ ਜਾ ਸਕਦਾ ਸੀ, ਜਿਸ ਨਾਲ ਅੰਤ ਵਿੱਚ ਇੰਟਰਨੈਟ ਦਾ ਵਿਕਾਸ ਹੋਇਆ। ਚੌਥੀ ਪੀੜ੍ਹੀ ਦੇ ਕੰਪਿਊਟਰਾਂ ਨੇ GUIS ਮਾਊਸ ਅਤੇ ਹੈਂਡਲ ਡਿਵਾਈਸਾਂ ਦਾ ਵਿਕਾਸ ਵੀ ਦੇਖਿਆ, ਠੀਕ ਹੈ। GUI ਦੀ ਫੁੱਲ ਫਾਰਮ ਕੀ ਹੈ? ਗ੍ਰਾਫਿਕ ਯੂਜ਼ਰ ਇੰਟਰਫੇਸ, ਠੀਕ ਹੈ। ਸੋ ਚੌਥੀ ਪੀੜ੍ਹੀ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ, ਕੰਪਿਊਟਰ ਹੋਰ ਸ਼ਕਤੀਸ਼ਾਲੀ ਬਣ ਗਏ, ਇਹਨਾਂ ਦੇ ਵਿੱਚ ਆਪਰੇਟਿੰਗ ਸਿਸਟਮ ਆ ਗਏ, ਠੀਕ ਹੈ। ਨੈੱਟਵਰਕ ਰਾਹੀਂ ਜੋੜਿਆ ਜਾ ਸਕਦਾ ਸੀ ਇਹਨਾਂ ਨੂੰ, ਅਤੇ ਇਸ ਪੀੜ੍ਹੀ ਦੇ ਵਿੱਚ ਹੀ ਇੰਟਰਨੈਟ ਦਾ ਵਿਕਾਸ ਹੋਇਆ, ਠੀਕ ਹੈ। ਨੈੱਟਵਰਕਿੰਗ ਕੀ ਹੁੰਦੀ ਹੈ? ਇੱਕ ਕਿਸੇ ਵੀ ਆਪਣੀ ਕੰਪਿਊਟਰ ਲੈਬ ਲਾ ਲਓ, ਤੁਸੀਂ ਹੁਣ ਤੱਕ ਕੰਪਿਊਟਰ ਪੜ੍ਹਿਆ ਹੀ ਹੋਣਾ 10ਵੀਂ 12ਵੀਂ ਦੇ ਵਿੱਚ ਜਾਂ ਕਾਲਜ ਦੇ ਵਿੱਚ ਵੀ, ਉੱਥੇ ਜਿਹੜੀ ਕੰਪਿਊਟਰ ਲੈਬ ਹੁੰਦੀ ਹੈ ਉਸ ਦੇ ਉੱਤੇ ਇੱਕ ਨੈੱਟਵਰਕਿੰਗ ਨਾਲ ਹੀ ਆਪਾਂ ਇੱਕ ਦੂਜੇ ਕੰਪਿਊਟਰ ਨਾਲ ਜੁੜਦੇ ਹਾਂ, ਠੀਕ ਹੈ। ਉਹ ਹੁੰਦੀ ਹੈ ਨੈੱਟਵਰਕਿੰਗ, ਠੀਕ ਹੈ। ਸੋ ਇਸ ਸਦੀ ਵਿੱਚ ਮਤਲਬ ਇਸ ਜਨਰੇਸ਼ਨ ਦੇ ਵਿੱਚ ਇੰਟਰਨੈਟ ਦਾ ਵੀ ਵਿਕਾਸ ਹੋਇਆ ਅਤੇ ਮਾਊਸ ਵਗੈਰਾ ਆ ਗਏ, ਹੋਰ ਹੈਂਡਲ ਡਿਵਾਈਸਾਂ ਆ ਗਈਆਂ, ਠੀਕ ਹੈ। ਜਿਹੜੀਆਂ ਆਪਾਂ ਕੰਪਿਊਟਰ ਨਾਲ ਜੋੜ ਕੇ ਹੱਥ ਨਾਲ ਯੂਜ਼ ਕਰਦੇ ਹਾਂ, ਉਹ ਡਿਵਾਈਸਾਂ ਇਸ ਜਨਰੇਸ਼ਨ ਵਿੱਚ ਡਿਵੈਲਪ ਹੋਈਆਂ, ਠੀਕ ਹੈ। ਹੁਣ ਆ ਗਈ ਆਪਣੀ ਜਿਹੜੀ ਪੰਜਵੀਂ ਪੀੜ੍ਹੀ ਹੈ। ਪੰਜਵੀਂ ਪੀੜ੍ਹੀ ਕਿਹੜੀ ਹੈ? ਮੌਜੂਦਾ, ਜੋ ਕਿ ਚੱਲ ਰਹੀ ਹੈ, ਠੀਕ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ? ਇਸ ਦੇ ਵਿੱਚ ਆ ਗਈ ਆਰਟੀਫਿਸ਼ੀਅਲ ਇੰਟੈਲੀਜੈਂਸ, ਠੀਕ ਹੈ। ਪੰਜਵੀਂ ਪੀੜ੍ਹੀ ਦੇ ਕੰਪਿਊਟਰ ਯੰਤਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਆਧਾਰਿਤ ਹਨ ਅਤੇ ਹਲੇ ਵੀ ਇਹਨਾਂ ਦੇ ਵਿੱਚ ਵਿਕਾਸ ਹੋ ਰਿਹਾ ਹੈ, ਠੀਕ ਹੈ। ਸੋ ਆਰਟੀਫਿਸ਼ੀਅਲ ਦੀ ਸਭ ਤੋਂ ਵੱਡੀ ਐਗਜ਼ਾਮਪਲ ਕੀ ਹੈ? ਅਲੈਕਸਾ ਦਾ ਨਾਮ ਤੁਸੀਂ ਸੁਣਿਆ ਹੋਣਾ, ਠੀਕ ਹੈ। ਜਿਸ ਦੇ ਉੱਤੇ ਆਪਾਂ ਉਸ ਨੂੰ ਕੁਛ ਵੀ ਕੁਐਸਚਨ ਕਰਦੇ ਹਾਂ ਤਾਂ ਉਹ ਉਸ ਦਾ ਆਨਸਰ ਦੇ ਦਿੰਦੀ ਹੈ। ਇਸ ਤਰ੍ਹਾਂ ਗੂਗਲ ਦਾ ਵੀ ਹੈ, ਠੀਕ ਹੈ। ਗੂਗਲ ਦੇ ਉੱਤੇ ਆਪਾਂ ਬੋਲ ਕੇ ਕੁਛ ਵੀ ਜਾਂ ਟਾਈਪ ਕਰਕੇ ਕੁਛ ਵੀ ਪੁੱਛਦੇ ਹਾਂ ਤਾਂ ਉੱਥੇ ਉਸ ਦਾ ਆਨਸਰ ਮਿਲ ਜਾਂਦਾ ਹੈ, ਠੀਕ ਹੈ। ਬਾਕੀ ਜਿਹੜੇ ਰੋਬੋਟ ਹੋ ਗਏ, ਇਹ ਸਭ ਤੋਂ ਵੱਡੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਉਦਾਹਰਨਾਂ ਹੈ, ਠੀਕ ਹੈ। ਪਰ ਇਹਨਾਂ ਦੇ ਵਿੱਚ ਰੋਬੋਟ ਅਤੇ ਇਨਸਾਨ ਦੇ ਵਿੱਚ ਫ਼ਰਕ ਇਹ ਹੈ ਕਿ ਰੋਬੋਟ ਹੈ ਜਿਹੜਾ ਉਹ ਉਸ ਦੇ ਵਿੱਚ ਫੀਲਿੰਗਸ ਨਹੀਂ ਹੁੰਦੀਆਂ। ਇਨਸਾਨ ਹੈ ਜੋ ਆਪਾਂ ਆਪਣੇ ਵਿੱਚ ਫੀਲਿੰਗਸ ਹੁੰਦੀਆਂ ਹੈ, ਉਹਨਾਂ ਦੇ ਵਿੱਚ ਕੋਈ ਵੀ ਫੀਲਿੰਗ ਨਹੀਂ ਹੁੰਦੀ, ਠੀਕ ਹੈ। ਉਹਨਾਂ ਦੇ ਵਿੱਚ ਇੱਕ ਪ੍ਰੋਗਰਾਮਿੰਗ ਕਰੀ ਜਾਂਦੀ ਹੈ, ਐਲਗੋਰਿਦਮ ਬਣਾਏ ਜਾਂਦੇ ਆ, ਉਸ ਦੇ ਅਕੋਰਡਿੰਗ ਉਹ ਆਪਣੇ ਡਿਸੀਜਨ ਲੈਂਦੇ ਆ, ਠੀਕ ਹੈ। ਪੈਰਲਲ ਪ੍ਰੋਸੈਸਿੰਗ ਅਤੇ ਸੁਪਰ ਕੰਡਕਟਰਾਂ ਦੀ ਵਰਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਹਕੀਕਤ ਬਣਾਉਣ ਵਿੱਚ ਮਦਦ ਕਰ ਰਹੀ ਹੈ, ਠੀਕ ਹੈ। ਸੋ ਪੈਰਲਲ ਪ੍ਰੋਸੈਸਿੰਗ ਕੀ ਹੁੰਦੀ ਹੈ ਕਿ ਕਾਫੀ ਸਾਰੇ ਜੋ ਕੰਮ ਹੈ ਉਹ ਇੱਕਸਾਰ ਹੁੰਦੇ ਰਹਿੰਦੇ ਆ, ਠੀਕ ਹੈ। ਸੋ ਇਹ ਇੱਕ ਬਹੁਤ ਵੱਡਾ ਡਿਵੈਲਪਮੈਂਟ ਹੋਈ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਠੀਕ ਹੈ। ਕੁਆਂਟਮ ਗਣਨਾ ਅਤੇ ਅਣੂ ਅਤੇ ਨੈਨੋ ਟੈਕਨੋਲੋਜੀ ਆਉਣ ਵਾਲੇ ਸਾਲਾਂ ਵਿੱਚ ਕੰਪਿਊਟਰ ਦੇ ਚਿਹਰੇ ਨੂੰ ਮੂਲ ਰੂਪ ਵਿੱਚ ਬਦਲ ਦੇਵੇਗੀ। ਕੰਪਿਊਟਰ ਪੀੜ੍ਹੀ ਦੇ ਕੰਪਿਊਟਿੰਗ ਦਾ ਟੀਚਾ ਅਜਿਹੇ ਯੰਤਰਾਂ ਦਾ ਵਿਕਾਸ ਕਰਨਾ ਹੈ ਜੋ ਕੁਦਰਤੀ ਭਾਸ਼ਾ ਦੇ ਇਨਪੁਟ ਦਾ ਜਵਾਬ ਦਿੰਦੇ ਹਨ ਅਤੇ ਸਿੱਖਣ ਅਤੇ ਸਵੈ ਸੰਗਠਨ ਦੇ ਸਮਰੱਥ ਹੁੰਦੇ ਹਨ। ਮਤਲਬ ਇਹਨਾਂ ਦੇ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ, ਠੀਕ ਹੈ। ਸੋ ਪੰਜਵੀਂ ਪੀੜ੍ਹੀ ਤੋਂ ਬਾਅਦ ਹੁਣ ਅੱਗੇ ਕੀ ਆ ਰਿਹਾ ਹੈ? ਜੋ ਅੱਗੇ ਬਹੁਤ ਜ਼ਿਆਦਾ ਐਡਵਾਂਸ ਟੈਕਨੋਲੋਜੀ ਆ ਰਹੀ ਹੈ ਉਹ ਹੈ ਮੈਟਾਵਰਸ ਦੀ ਦੁਨੀਆ, ਠੀਕ ਹੈ। ਤੁਸੀਂ VR ਗਲਾਸਿਸ ਦੇਖੇ ਹੋਣੇ, ਵਰਚੁਅਲ ਰਿਐਲਿਟੀ, VR ਦੀ ਫੁੱਲ ਫਾਰਮ, ਠੀਕ ਹੈ।
ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੋਈ ਪਹਾੜ ਦੇ ਉੱਤੇ ਗਿਰ ਰਿਹਾ ਹੈ। ਤੁਸੀਂ ਕਿਤੇ ਨਾ ਕਿਤੇ ਉਹ ਦੇਖੇ ਹੋਣੇ, ਤੁਹਾਡੇ ਵਿੱਚੋਂ ਕਈਆਂ ਨੇ ਉਹ ਲਗਾਏ ਵੀ ਹੋਣੇ 3D VR ਗਲਾਸਿਸ, ਠੀਕ ਹੈ। ਸੋ ਮੈਟਾਵਰਸ ਕੀ ਹੈ? ਮੈਟਾਵਰਸ ਇੱਕ ਵਰਚੁਅਲ ਦੁਨੀਆ ਹੋਏਗੀ। ਜਿਵੇਂ ਹੁਣ ਕਰੋਨਾ ਦੇ ਵਿੱਚ ਆਫਿਸ ਦੇ ਵਿੱਚ ਬਹਿ ਕੇ ਜੋ ਕੰਮ ਕਰਦੇ ਸੀ, ਮਤਲਬ ਘਟਾ ਦਿੱਤਾ ਸੀ ਆਫਿਸ ਦੇ ਵਿੱਚ ਸਟਾਫ, ਅਤੇ ਮੈਕਸੀਮਮ ਜੋ ਪਰਸਨ ਸੀ ਉਹ ਘਰ ਤੋਂ ਆਪਣਾ ਕੰਮ ਕਰਦੇ ਸੀ। ਸਟੱਡੀ ਵੀ ਤੁਸੀਂ ਘਰ ਤੋਂ ਕੀਤੀ ਹੋਣੀ, ਠੀਕ ਹੈ। ਸੋ ਜਿਹੜੇ ਘਰ ਤੋਂ ਕੰਮ ਕਰਦੇ ਸੀ ਉਹਨਾਂ ਨੂੰ ਵੀ ਪੂਰੇ ਘੰਟੇ ਹੀ ਕੰਮ ਕਰਨਾ ਪੈਂਦਾ ਸੀ, ਪਰ ਉਹਨਾਂ ਨੂੰ ਫੀਲਿੰਗ ਐਵੇਂ ਸੀ ਕਿ ਅਸੀਂ ਘਰ ਦੇ ਵਿੱਚ ਹਾਂ। ਪਰ ਹੁਣ ਇਸ ਟੈਕਨੋਲੋਜੀ ਦੇ ਵਿੱਚ ਕੀ ਹੋਏਗਾ, ਮੈਟਾਵਰਸ ਦੇ ਵਿੱਚ ਉਹਨਾਂ ਦੇ ਉੱਤੇ ਜੇ ਉਹ ਆਪਣੇ ਮਤਲਬ ਗਲਾਸਿਸ ਲਗਾਉਣਗੇ, ਉਹਨਾਂ ਨੂੰ ਇੱਦਾਂ ਫੀਲ ਹੋਏਗਾ ਕਿ ਉਹ ਆਫਿਸ ਦੇ ਵਿੱਚ ਹੈ। ਕੋਈ ਉਹਨਾਂ ਨੂੰ ਮਤਲਬ ਸਾਰਾ ਕੋਈ ਬੁਲਾ ਰਿਹਾ ਏ, ਕੋਈ ਉਹਨਾਂ ਦੇ ਨਾਲ ਬੈਠਾ ਏ, ਕੰਮ ਕਰ ਰਿਹਾ ਏ, ਉਹ ਫੀਲਿੰਗ ਉਹਨਾਂ ਨੂੰ ਇਸ ਤਰ੍ਹਾਂ ਹੋਏਗੀ, ਠੀਕ ਹੈ। ਇਹਦੇ ਵਿੱਚ ਬਹੁਤ ਵੱਡਾ ਇੱਕ ਬਦਲਾਵ ਆਉਣ ਜਾ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ, ਠੀਕ ਹੈ। ਫੇਸਬੁੱਕ ਵੀ ਇਸ ਦੇ ਵਿੱਚ ਡਿਵੈਲਪਮੈਂਟ ਕਰ ਰਿਹਾ ਹੈ, ਇੰਪਲੋਏ ਹਾਇਰ ਕਰ ਰਿਹਾ ਹੈ ਇਸ ਚੀਜ਼ ਦੇ ਲਈ, ਮੈਟਾਵਰਸ ਦੇ ਲਈ, ਠੀਕ ਹੈ। ਫੇਸਬੁੱਕ ਜਾਂ ਵਟਸਐਪ ਖੋਲ੍ਹ ਕੇ ਦੇਖਿਓ, ਜਦੋਂ ਤੁਸੀਂ ਓਪਨ ਕਰਦੇ ਤਾਂ ਉੱਥੇ ਮੈਟਾ ਲਿਖਿਆ ਹੁੰਦਾ, ਠੀਕ ਹੈ। ਸੋ ਇੱਕ ਬਹੁਤ ਬੜਾ ਬਦਲਾਵ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੋਣ ਜਾ ਰਿਹਾ ਹੈ ਦੁਨੀਆ ਦੇ ਵਿੱਚ। ਸਾਰਾ ਕੁਝ ਚੇਂਜ ਹੋ ਜਾਣਾ, ਸਾਰਾ ਕੁਝ ਵਰਚੁਅਲ ਹੋਏਗਾ, ਠੀਕ ਹੈ। ਸੋ ਜਿਹੜੀ ਰਿਸ਼ਤਿਆਂ ਦੀ ਵੈਲਿਊ ਹੈ ਉਹ ਹੁਣ ਵੀ ਘੱਟ ਗਈ, ਪਰ ਅੱਗੇ ਜਾ ਕੇ ਹੋਰ ਵੀ ਘੱਟ ਜਾਣੀ ਹੈ, ਠੀਕ ਹੈ। ਇੱਕ ਦੂਜੇ ਨਾਲ ਜੋ ਹੁਣ ਮੇਲ ਮਿਲਾਪ ਹੈ ਉਹ ਘੱਟ ਜਾਣਾ ਹੈ। ਲੋਕਾਂ ਨੇ ਵਰਚੁਅਲ ਦੇ ਵਿੱਚ, ਵਰਚੁਅਲ ਵਰਲਡ ਜੋ ਹੋਏਗਾ ਉਸ ਦੇ ਵਿੱਚ ਜ਼ਿਆਦਾ ਖੁਸ਼ ਹੋਣਾ, ਠੀਕ ਹੈ। ਸੋ ਕਾਫੀ ਲੰਬਾ ਟੌਪਿਕ ਹੈ ਇਹ, ਇਸ ਦੇ ਉੱਤੇ ਵੀ ਇੱਕ ਕੁਐਸਚਨ ਆ ਸਕਦਾ। ਟਰੈਂਡਿੰਗ ਟੌਪਿਕ ਚੱਲ ਰਿਹਾ ਇਹ ਮੈਟਾਵਰਸ, ਠੀਕ ਹੈ। ਸੋ ਜੋ ਵੀ ਇੰਪੋਰਟੈਂਟ ਕੁਐਸਚਨ ਬਣਨਗੇ ਆਉਣ ਵਾਲੀ ਵੀਡੀਓਜ਼ ਵਿੱਚ ਮੈਂ ਉਹ ਵੀ ਤੁਹਾਨੂੰ ਕਵਰ ਕਰਵਾ ਦੂੰਗਾ। ਚਲੋ ਹੁਣ ਆਪਾਂ MCQ ਦੇਖਦੇ ਹਾਂ, ਕਿਸ ਤਰ੍ਹਾਂ ਦੇ MCQ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ। ਪਹਿਲੀ ਪੀੜ੍ਹੀ ਦੇ ਕੰਪਿਊਟਰ ਕਿਸ ਦੇ ਉੱਤੇ ਆਧਾਰਿਤ ਸਨ? ਖੁਦ ਟਰਾਈ ਕਰੋ ਆਨਸਰ ਦੇਣ ਦੀ, ਠੀਕ ਹੈ। ਸੋ ਸਹੀ ਉੱਤਰ ਹੋ ਜਾਏਗਾ ਪੰਜਵੀਂ ਪੀੜ੍ਹੀ ਦੇ ਕੰਪਿਊਟਰ ਕਿਸ ਦੇ ਉੱਤੇ ਆਧਾਰਿਤ ਸਨ? ਪੰਜਵੀਂ ਪੀੜ੍ਹੀ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ, ਆਪਸ਼ਨ A ਰਾਈਟ ਆਨਸਰ ਹੋ ਜਾਏਗਾ। ਫਸਟ ਜਨਰੇਸ਼ਨ ਦੇ ਕੰਪਿਊਟਰ ਕਿਸ ਦੇ ਉੱਤੇ ਆਧਾਰਿਤ ਸਨ? ਫਸਟ ਜਨਰੇਸ਼ਨ ਦੇ ਕੰਪਿਊਟਰ ਆਧਾਰਿਤ ਸਨ ਵੈਕਿਊਮ ਟਿਊਬ, ਠੀਕ ਹੈ। ਆਪਸ਼ਨ D ਰਾਈਟ ਆਨਸਰ ਹੋ ਜਾਏਗਾ। ਨੈਕਸਟ ਕੁਐਸਚਨ, ਕੰਪਿਊਟਰ ਦੀ ਕਿਹੜੀ ਪੀੜ੍ਹੀ ਵਿੱਚ ਮਾਈਕਰੋ ਪ੍ਰੋਸੈਸਰ ਇੰਟਰੋਡਿਊਸ ਕੀਤਾ ਗਿਆ? ਮਾਈਕਰੋ ਪ੍ਰੋਸੈਸਰ ਕਿਹੜੀ ਪੀੜ੍ਹੀ ਵਿੱਚ ਆਏ? 4th ਜਨਰੇਸ਼ਨ ਦੇ ਵਿੱਚ, ਠੀਕ ਹੈ। ਬਿਲਕੁਲ ਇਸ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਇਸ ਟੌਪਿਕ ਵਿੱਚੋਂ ਦੇਖਣ ਨੂੰ ਮਿਲਣਗੇ, ਠੀਕ ਹੈ। ਦੂਜੀ ਪੀੜ੍ਹੀ ਦੇ ਕੰਪਿਊਟਰ ਕਿਸ ਦੇ ਉੱਤੇ ਆਧਾਰਿਤ ਸਨ? ਦੂਜੀ ਪੀੜ੍ਹੀ ਦੇ ਕੰਪਿਊਟਰ ਟਰਾਂਜਿਸਟਰ, ਠੀਕ ਹੈ। ਐਨਿਕ ਕੰਪਿਊਟਰ ਬਿਲੋਂਗਸ ਟੂ, ਐਨਿਕ ਦੀ ਫੁੱਲ ਫਾਰਮ ਵੀ ਆ ਸਕਦੀ ਹੈ, ਠੀਕ ਹੈ। ਐਨਿਕ ਕਿਹੜੀ ਉਹ 'ਚ ਆਇਆ ਸੀ? ਫਸਟ ਜਨਰੇਸ਼ਨ। ਇਹ ਵੀ ਕੁਐਸਚਨ ਆਇਆ ਹੋਇਆ ਪੇਪਰਾਂ ਵਿੱਚ, ਇੰਪੋਰਟੈਂਟ ਹੈ। ਬਟ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਸਟ ਪ੍ਰੋਗਰਾਮਿੰਗ ਲੈਂਗੁਏਜ? ਇਹਨਾਂ ਵਿੱਚੋਂ ਕਿਹੜੀ ਫਸਟ ਪ੍ਰੋਗਰਾਮਿੰਗ ਲੈਂਗੁਏਜ ਸੀ? ਫੋਰਟੋਨ, ਠੀਕ ਹੈ। ਆਪਸ਼ਨ C ਰਾਈਟ ਆਨਸਰ ਹੋ ਜਾਏਗਾ, ਫੋਰਟੋਨ। ਅੱਗੇ ਆਪਣੇ ਕੋਲ ਫੁੱਲ ਫਾਰਮਸ ਹੈ, ਦੇਖ ਲਓ ਤੁਸੀਂ। ਕੰਪਿਊਟਰ ਦੀ ਫੁੱਲ ਫਾਰਮ, ਕੰਪਿਊਟਰ ਦੀ ਵੀ ਇੱਕ ਫੁੱਲ ਫਾਰਮ ਹੁੰਦੀ ਹੈ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ। ਵਾਇਰਸ ਦੀ, ਇੰਟਰਨੈਟ ਦੀ, ਇਹਨਾਂ ਸਾਰਿਆਂ ਦੀ ਫੁੱਲ ਫਾਰਮ ਹੁੰਦੀ ਹੈ, ਠੀਕ ਹੈ। ਕੰਪਿਊਟਰ ਦੀ ਕੀ ਹੁੰਦੀ ਹੈ? ਕਾਮਨ ਆਪਰੇਟਿੰਗ ਮਸ਼ੀਨ ਪਰਪਸਲੀ ਯੂਜ਼ਡ ਫॉर ਟੈਕਨੋਲੋਜੀਕਲ ਐਂਡ ਐਜੂਕੇਸ਼ਨਲ ਰਿਸਰਚ, ਠੀਕ ਹੈ। ਸੋ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ, ਇਹਨਾਂ ਨੂੰ ਯਾਦ ਕਰ ਲਿਓ। ਫੁੱਲ ਫਾਰਮ ਇੰਟਰਨੈਟ ਦੀ ਇੰਟਰਕਨੈਕਟਡ ਨੈਟਵਰਕ, ਠੀਕ ਹੈ। ਠੀਕ, ਇਹ ਫੁੱਲ ਫਾਰਮ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੀ ਹੈ, ਠੀਕ ਹੈ। ਇੰਪੋਰਟੈਂਟ ਹੈ ਇਹ। ਸੋ ਇਸ ਤਰ੍ਹਾਂ ਹੀ ਜੇ ਤੁਸੀਂ ਥਿਊਰੀ ਪਲੱਸ MCQ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੋਕ ਟੈਸਟ ਵੀ ਮੈਂ ਸਬਜੈਕਟ ਵਾਈਜ਼ ਵੀ ਤੁਹਾਡੇ ਬਣਾ ਦੂੰਗਾ, ਅਤੇ ਪੂਰਾ ਮੋਕ ਟੈਸਟ ਵੀ ਮੈਂ ਪਾਊਂਗਾ, ਠੀਕ ਹੈ। ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਬਹੁਤ ਮਿਹਨਤ ਲੱਗੀ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ। ਧੰਨਵਾਦ।